84 ਹੋਇਆ 84 ਦਾ ਜ਼ਿਆਦਾ ਪ੍ਰਭਾਵ ਮੰਨਿਆ ਜਾਂਦਾ ਕਿ ਦਿੱਲੀ ਦੇ ਵਿੱਚ ਹੋਇਆ, ਪੰਜਾਬ ਦੇ ਕਈ ਹਿੱਸਿਆਂ ਵਿੱਚ, ਕਾਨਪੁਰ ਦੇ ਵਿੱਚ ਵੀ ਹੋਇਆ। ਤੁਹਾਡੇ ਤੱਕ ਵੀ ਸੇਕ ਪਹੁੰਚਿਆ, ਇੰਦੌਰ ਦੇ ਵਿੱਚ ਵੀ? ਹਾਂਜੀ, ਜਦ ਕੋਈ 84 ਦੇ ਨਵੰਬਰ ਦੇ ਘੱਲੂਘਾਰੇ ਨੂੰ ਰਾਈਟਸ ਕਹਿੰਦਾ ਹੈ ਜਾਂ ਦਿੱਲੀ ਰਾਈਟਸ ਕਹਿੰਦਾ ਹੈ ਤੇ ਮੈਨੂੰ ਬਹੁਤ ਗੁੱਸਾ ਚੜਦਾ ਹੈ, ਕਿਉਂਕਿ ਇੰਡੀਆ ਦੇ ਹਰ ਮੇਜਰ ਸਿਟੀ ਵਿੱਚ, ਟਾਊਨ ਵਿੱਚ ਸੰਤਾਪ ਹੋ ਗਿਆ ਸਿੱਖਾਂ ਨੇ। ਤੇ ਇੰਦੌਰ ਤੱਕ ਵੀ ਸੇਕ ਪਹੁੰਚਿਆ, ਬਿਲਕੁਲ ਪਹੁੰਚਿਆ। ਇੰਦੌਰ ਵਿੱਚ ਕਈ ਮੌਤਾਂ ਵੀ ਹੋਈਆਂ, ਪਰ ਕਾਨਪੁਰ ਜੋ ਹੋਇਆ ਉਹ ਤੇ ਦਿੱਲੀ ਦੇ ਬਰਾਬਰ ਸੀਗਾ, ਦਿੱਲੀ ਤੋਂ ਕੋਈ ਘੱਟ ਨਹੀਂ ਸੀਗਾ। ਤੁਹਾਨੂੰ ਗੁੱਸਾ ਕਿਉਂ ਚੜਦਾ ਰਾਈਟਸ ਕਹਿਣ ਤੇ? ਰਾਈਟਸ ਕਹਿੰਦੇ ਕਿਉਂਕਿ ਉਹ ਰਾਈਟਸ ਤੇ ਸੀ ਨਹੀਂ ਨਾ, ਉਹ ਦੰਗੇ ਤੇ ਨਹੀਂ ਸੀਗੇ, ਦੋਵੇਂ ਧਿਰਾਂ ਤੇ ਨਹੀਂ ਨਿਕਲੀਆਂ ਸੀ ਇੱਕ ਦੂਜੇ ਨੂੰ ਮਾਰਨ ਵਾਸਤੇ। ਉਹ ਤੇ ਆਰਗੇਨਾਈਜ਼ਡ ਪ੍ਰੋਗਰਾਮ ਸੀਗੇ, ਕਤਲੇਆਮ ਸੀਗਾ, ਜਿਹਨੂੰ ਘੱਲੂਘਾਰਾ ਕਹਿ ਸਕਦੇ ਆ, ਕਤਲੇਆਮ ਕਹਿ ਸਕਦੇ ਆ, ਨਸਲਕੁਸ਼ੀ ਕਹਿੰਦੇ ਆ। ਸੋ ਉਹ ਗਲਤ ਟਰਮੀਨੋਲੋਜੀ ਹੈ, ਉਹ ਉਹਨੂੰ ਡਿਮਿਨਿਸ਼ ਕਰਨ ਵਾਸਤੇ ਇਹਨਾਂ ਨੇ ਘੜੀ ਹੈ। ਇੰਦੌਰ ਤੱਕ ਵੀ ਤੁਸੀਂ ਕਹਿੰਦੇ ਹੋ ਸੇਕ ਪਹੁੰਚਿਆ, ਤੁਹਾਨੂੰ ਵੀ ਤੁਸੀਂ ਕੀ ਕੁਝ ਦੇਖਿਆ? ਉਦੋਂ ਕਿੰਨੇ ਸਾਲ ਦੇ ਸੀਗੇ ਤੁਸੀਂ? ਮੈਂ 15 ਸਾਲਾਂ ਦੀ ਸੀ। ਸਾਡੇ ਘਰ ਫਸਾਦੀ ਆਏ, ਸਾਡੇ ਘਰ ਦੇ ਲਾਗੇ ਇੰਦੌਰ ਦਾ DSP ਹੁੰਦੇ ਸੀ ਸ਼ਾਇਦ, ਉਹ ਰਹਿੰਦੇ ਸੀਗੇ, ਕੋਈ ਪੁਲਿਸ ਅਫਸਰ ਸੀ। ਔਰ ਉਹ ਮੇਰੇ ਪਿਤਾ ਜੀ ਦੇ ਕੋਲ ਉਹਨਾਂ ਦਾ ਹਰ ਹਫਤੇ ਆਣਾ ਉੱਠਣਾ ਬੈਠਣਾ ਸੀਗਾ। ਅੱਛਾ। ਅਸੀਂ ਜਦ ਪਹਿਲੀ ਵਾਰੀ ਫਸਾਦੀ ਆਏ, ਪੱਥਰਬਾਜ਼ੀ ਕਰਕੇ ਗਏ, ਤੇ ਅਸੀਂ ਉਹਨਾਂ ਨੂੰ ਫੋਨ ਕੀਤਾ, ਅਸੀਂ ਪੁਲਿਸ ਨੂੰ ਬਹੁਤ ਫੋਨ ਕੀਤੇ, ਸਾਡੇ ਘਰ ਕੋਈ ਨਹੀਂ ਆਇਆ। ਤੇ ਅਸੀਂ ਬੜੇ ਦਹਿਸ਼ਤ ਦੇ ਮਾਹੌਲ ਵਿੱਚ ਫਿਰ ਨਾ ਧਮਕੀ ਭਰੇ ਫੋਨ ਆਣੇ ਸ਼ੁਰੂ ਹੋ ਗਏ। ਫਿਰ ਉਹਨਾਂ ਨੇ ਬਹੁਤ ਗੰਦੀਆਂ ਗੱਲਾਂ ਕੀਤੀਆਂ ਕੁੜੀਆਂ ਬਾਰੇ, ਕਿਉਂਕਿ ਮੇਰੀ ਛੋਟੀ ਭੈਣ, ਮੇਰੀ ਮਾਤਾ ਜੀ ਬਾਰੇ, ਤੇ ਸਾਨੂੰ ਬਹੁਤ ਬੁਰੀ ਤਰ੍ਹਾਂ ਡਰਾਇਆ। ਤੇ ਅਸੀਂ ਇਸ ਤਰ੍ਹਾਂ ਦੀਆਂ ਗੱਲਾਂ ਕਦੇ ਸੁਣੀਆਂ ਨਹੀਂ ਸੀਗੀਆਂ ਜ਼ਿੰਦਗੀ ਵਿੱਚ, ਮਾਰਨ ਦੀਆਂ ਧਮਕੀਆਂ ਦਿੱਤੀਆਂ। ਤੇ ਅਸੀਂ ਸਾਰੇ ਕਿੱਥੇ ਜਾਈਏ, ਪੁਲਿਸ ਉੱਥੇ ਆ ਨਹੀਂ ਰਹੀ, ਕਿਸੇ ਨੂੰ ਜਾਣਦੇ ਨਹੀਂ ਹੈ, ਗੁਆਂਢੀ ਕੋਈ ਉਹਨਾਂ ਨੇ ਕੋਈ ਮਦਦ ਨਹੀਂ ਕੀਤੀ। ਅਸੀਂ ਫਿਰ ਤਾਲੇ ਵਗੈਰਾ ਲਾ ਕੇ ਅੰਦਰ ਬੈਠ ਕੇ। ਅੱਛਾ। ਮੈਨੂੰ ਯਾਦ ਹੈ ਮੇਰੇ ਪਿਤਾ ਜੀ ਕਹਿੰਦੇ ਸੀਗੇ ਕਿ ਕਾਸ਼ ਸਾਡੇ ਘਰ ਕੋਈ ਅਸਲਾ ਹੁੰਦਾ, ਸਾਡੇ ਘਰ ਕੋਈ ਅਸਲਾ ਨਹੀਂ ਸੀਗਾ। ਜੋ ਵੀ ਅਸੀਂ ਇਕੱਠਾ ਕਰ ਸਕੇ ਲੈ ਕੇ ਇਕੱਠਾ ਕਰਕੇ ਬੈਠ ਗਏ। ਇੱਕ ਵਾਰੀ ਆਏ, ਦੂਜੀ ਵਾਰੀ ਆਏ, ਪੱਥਰਾਂ ਨਾਲ ਸ਼ੀਸ਼ੇ ਵਗੈਰਾ ਤੋੜ ਦਿੱਤੇ, ਡਰਾਉਂਦੇ ਸੀਗੇ। ਤੀਜੀ ਵਾਰੀ ਜਦ ਆਏ, ਉਹਨਾਂ ਦੇ ਹੱਥਾਂ ਵਿੱਚ ਮਸ਼ਾਲਾਂ ਸੀਗੀਆਂ, ਉਹਨਾਂ ਨੇ ਬਾਹਰ ਬਿਜਲੀ ਦਾ ਕਨੈਕਸ਼ਨ ਤੋੜਤਾ, ਸਾਰੇ ਸਕੂਟਰ ਵਗੈਰਾ ਅੱਗ ਲਾ ਦਿੱਤੀ ਤੇ ਅੰਦਰ ਵੜਾਏ ਬੂਆ ਤੋੜ ਕੇ। ਅੱਛਾ। ਮੇਰਾ ਨਿੱਕਾ ਭਰਾ ਦੇ ਬਹੁਤ ਛੋਟਾ ਸੀਗਾ, 9-10 ਵਰਿਆਂ ਦਾ ਸੀਗਾ। ਮੇਰੇ ਪਿਤਾ ਜੀ ਔਰ ਮੈਂ, ਅਸੀਂ ਆਪਣੇ ਬਾਕੀਆਂ ਨੂੰ ਕਿਹਾ ਕਿ ਤੁਸੀਂ ਪਿੱਛੇ ਦੀ ਕੰਧ ਟੱਪ ਕੇ ਭੱਜ ਜਾਓ, ਤੇ ਅਸੀਂ ਇੱਕ ਬੂਆ ਲੈ ਕੇ ਦੋਵੇਂ ਖੜੇ ਹੋ ਗਏ ਬੰਦ ਕਰਕੇ, ਕਿ ਤਾਂ ਕਿ ਉਹਨਾਂ ਨੂੰ ਸਮਾਂ ਮਿਲੇ ਕਿ ਉਹ ਭੱਜ ਜਾਣ। ਅਸੀਂ ਡਰੇ ਹੋਏ ਸੀ, ਪੂਰੇ ਦਿਨ ਦੇ ਭੁੱਖੇ ਔਰ ਡਰੇ ਹੋਏ ਸਹਿਮੇ ਸੀਗੇ, ਪਰ ਅਸੀਂ ਦੋਵੇਂ ਖੜ ਗਏ ਉੱਥੇ। ਅਸੀਂ ਉਹਨਾਂ ਦੇ ਹੱਥਾਂ ਵਿੱਚ ਆ ਗਏ, ਉਹਨਾਂ ਨੇ ਮੈਨੂੰ ਖਿੱਚ ਲਿਆ। ਮੇਰੇ ਪਿਤਾ ਜੀ ਮੈਨੂੰ ਇੱਥੇ ਖਿੱਚਦੇ ਸੀ, ਬੂਏ ਦੇ ਇਸ ਪਾਰੋਂ ਉੱਥੇ ਖਿੱਚਦੇ ਸੀ। ਕਿਸੇ ਤਰ੍ਹਾਂ ਗੁਰੂ ਸਾਹਿਬ ਨੇ ਉਹਨਾਂ ਨੂੰ ਜੋਸ਼ ਦਿੱਤਾ, ਮੈਨੂੰ ਇੱਥੇ ਇਸ ਪਾਸੇ ਖਿੱਚ ਲਿਆ। ਅਸੀਂ ਬੂਆ ਬੰਦ ਕੀਤਾ। ਉਸ ਵਕਤ ਸਾਡੇ ਅੰਦਰ ਜਿਹੜੀ ਮਤਲਬ ਸ਼ਕਤੀ ਆਈ, ਉਹ ਪਤਾ ਨਹੀਂ ਕਿੱਥੋਂ ਆਈ। ਹੱਥੇ ਬੂਆ ਬੰਦ ਕੀਤਾ ਔਰ ਅਸੀਂ ਵੀ ਉਹ ਕੰਧ ਟੱਪ ਕੇ ਭੱਜ ਗਏ। ਉੱਥੇ ਦੇਖਿਆ ਮੇਰੇ ਮਾਤਾ ਜੀ ਥੱਲੇ ਡਿੱਗੇ ਹੋਏ ਸੀਗੇ, ਕਿਉਂਕਿ ਉਹ 8 ਫੁੱਟ ਉੱਚੀ ਕੰਧ ਸੀਗੀ ਉਸ ਪਾਸੇ। ਫਿਰ ਨਾ ਅਸੀਂ ਵੱਖਰੀਆਂ ਥਾਵਾਂ ਤੇ ਭੱਜੇ, ਕੋਈ ਇੱਥੇ ਕੋਈ ਉੱਥੇ। ਕਰੀਬ 4-5 ਘੰਟੇ ਸਾਨੂੰ ਪਤਾ ਨਹੀਂ ਸੀਗਾ ਕਿ ਸਾਡੇ ਘਰ ਵਿੱਚ ਕੌਣ ਜਿਉਂਦਾ ਕੌਣ ਮਰ ਗਿਆ। ਮੇਰੇ ਛੋਟੇ ਭੈਣ ਭਰਾਵਾਂ ਨੂੰ ਉੱਥੇ ਕ੍ਰਿਸਚੀਅਨ ਟੀਚਰਸ ਰਹਿੰਦੇ ਸੀਗੇ ਅਪਾਰਟਮੈਂਟਸ ਵਿੱਚ, ਉਹਨਾਂ ਨੇ ਉਹ ਜਿਸ ਤਰ੍ਹਾਂ ਕੰਧ ਟੱਪੇ, ਕਿਸੇ ਨੇ ਆਪਣੇ ਘਰ ਖਿੱਚ ਲਿਆ। ਮੈਂ ਔਰ ਮੇਰੇ ਮੰਮੀ ਕਿਸੇ ਜੈਨ ਪਰਿਵਾਰ ਦੇ ਘਰ ਜਾ ਕੇ ਲੁਕ ਗਏ, ਤੇ ਮੇਰੇ ਪਿਤਾ ਜੀ ਸਾਨੂੰ ਪਤਾ ਨਹੀਂ ਕਿੱਥੇ। ਫਿਰ ਰਾਤੀ ਸਾਨੂੰ ਸਭ ਤੋਂ ਵੱਡਾ ਕਿ ਸਾਨੂੰ ਕੋਈ ਰੱਖੇ ਨਾ ਆਪਣੇ ਘਰ। ਫਿਰ ਇੱਕ ਕਿਸੇ ਦੋਸਤ ਮਿੱਤਰ ਨੇ ਆਪਣੇ ਘਰ ਰੱਖਿਆ। ਸਾਰੇ ਡਰਦੇ ਸੀ ਕਿ ਸਾਡੇ ਘਰ ਆ ਜਾਣਗੇ, ਔਰ ਡਰਦੇ ਔਰ ਉਹਨਾਂ ਨੇ ਕਿਹਾ ਕੱਲ ਨੂੰ ਆਪਣਾ ਇੰਤਜ਼ਾਮ ਕਰ ਲਿਓ ਤੁਸੀਂ। ਸ਼ਹਿਰ ਵਿੱਚ ਕਰਫਿਊ ਲੱਗਿਆ ਹੋਇਆ, ਅਸੀਂ ਕਿੱਥੇ ਜਾਈਏ। ਫਿਰ ਕਿੰਨੇ ਕੁ ਪਰਿਵਾਰ ਸੀ ਉੱਥੇ ਸਿੱਖ? ਇੰਦੌਰ ਵਿੱਚ ਹਜ਼ਾਰਾਂ ਸਿੱਖ ਨੇ, ਹੁਣ ਤੇ 2 ਲੱਖ ਸਿੱਖ ਹਨ, ਤੇ ਉਸ ਵੇਲੇ ਮੇਰੇ ਖਿਆਲ 50-60 ਹਜ਼ਾਰ ਸਿੱਖ ਆਬਾਦੀ ਹੋਣੀ ਹੈ। ਤੇ ਕਈ ਸਿੱਖਾਂ ਦਾ ਪਤਾ ਚੱਲਿਆ ਕਿ ਕਤਲ ਵੀ ਹੋਏ ਤੇ ਕੁੜੀਆਂ ਦੇ ਨਾਲ ਜਬਰ ਜਨਾਹ ਵੀ ਹੋਏ। ਤੇ ਪਰ ਅਸੀਂ ਕਿਸੇ ਤਰ੍ਹਾਂ ਬਚ ਨਿਕਲੇ। ਪਰ ਰਾਤ ਨੂੰ ਜਿਹੜਾ ਫੋਨ ਆਇਆ ਸਾਨੂੰ, ਅਸੀਂ ਆਪਣੇ ਰਿਸ਼ਤੇਦਾਰਾਂ ਨੂੰ ਫੋਨ ਕੀਤਾ ਪਤਾ ਕਰਨ ਵਾਸਤੇ, ਤੇ ਪਤਾ ਚੱਲਿਆ ਕਿ ਮੇਰੇ 3 ਕਜ਼ਨਸ, ਮੇਰੇ ਡੈਡੀ ਦੇ ਤਾਇਆ ਜੀ ਦੇ ਪੋਤਰੇ, ਉਹਨਾਂ ਨੂੰ ਜਿਉਂਦੇ ਸਾੜ ਦਿੱਤਾ ਗਿਆ ਸੀਗਾ ਕਾਨਪੁਰ ਵਿੱਚ, ਉਹਨਾਂ ਦੀ ਮਾਂ ਦੇ ਸਾਹਮਣੇ, ਇੱਕ ਦੀ ਘਰਵਾਲੀ ਦੇ ਸਾਹਮਣੇ ਔਰ 2 ਸਾਲ ਦੀ ਬੱਚੀ ਦੇ ਸਾਹਮਣੇ।
ਤੇ ਸਾਡੇ ਦਿਨ ਬਹੁਤ ਬੁਰੇ ਨਿਕਲੇ। ਸਾਨੂੰ ਮਤਲਬ ਪਤਾ ਨਹੀਂ ਸੀਗਾ ਕੀ ਹੋਗਾ, ਕਿੱਥੇ ਜਾਵਾਂਗੇ। ਸਭ ਤੋਂ ਮਾੜੀ ਗੱਲ ਜੋ ਮੈਨੂੰ ਯਾਦ ਹੈ ਹਾਲੇ ਤੱਕ, ਜਿਹੜੀ ਚੁੱਭਦੀ ਹੈ, ਕਿ ਜਿਹੜੇ ਫਸਾਦੀ ਸੀਗੇ ਉਹ ਸਾਡੇ ਘਰੋਂ ਦੇ ਸਾਹਮਣੇ ਰੋਜ਼ ਨਿਕਲਦੇ ਸੀਗੇ। ਕੌਣ ਸੀਗੇ ਉਹ? ਉਹ ਬਸਤੀ ਵਿੱਚ ਰਹਿੰਦੇ ਸੀਗੇ, ਦੂਰ ਕਿਤੇ। ਇਹ ਕਿ ਮੈਂ ਪਛਾਣਦੀ ਸੀ ਉਹਨਾਂ ਨੂੰ ਜਦ, ਪਰ ਅਸੀਂ ਕੁਝ ਨਹੀਂ ਕਰ ਸਕਦੇ ਸੀ। ਅਸੀਂ ਪੁਲਿਸ ਕੇਸ ਵੀ ਕੀਤਾ, ਕਿੱਥੇ ਕੁਝ ਨਹੀਂ ਹੋਇਆ। ਫਿਰ ਅਸੀਂ ਉਸ ਕਾਲੋਨੀ ਨੂੰ ਛੱਡ ਕੇ ਚਲੇ ਗਏ। ਫਿਰ ਅਸੀਂ ਉਸ ਇਲਾਕੇ ਵਿੱਚ ਗਏ ਜਿੱਥੇ ਗੁਰਦੁਆਰਾ ਸਾਹਿਬ ਸੀਗਾ, ਸਿੱਖ ਜ਼ਿਆਦਾ ਵਸਦੇ ਸੀਗੇ, ਉੱਥੇ ਰਹੇ। ਫਿਰ ਮੈਂ ਇੰਜੀਨੀਅਰਿੰਗ ਪੂਰੀ ਕਰਕੇ ਫਿਰ ਮੈਂ ਮੇਰੇ ਪਿਤਾ ਜੀ ਨੇ ਤਾਂ ਮੇਰੇ ਮਨ ਵਿੱਚ ਬੀਜਿਆ ਕਿ ਇਹ ਮੁਲਕ ਸਾਡਾ ਨਹੀਂ ਹੈ। ਅਸੀਂ ਪੰਜਾਬ ਵਿੱਚ ਵੀ ਸੈਟਲ ਹੋਣ ਦੀ ਬਹੁਤ ਕੋਸ਼ਿਸ਼ ਕੀਤੀ ਉਸ ਵੇਲੇ। ਤੇ ਕੀ ਸਮੱਸਿਆ ਆਈ ਮਤਲਬ? ਉਸ ਵੇਲੇ ਪੰਜਾਬ ਦੇ ਹਾਲਾਤ ਬਹੁਤ ਖਰਾਬ ਸੀ। ਫਿਰ ਅਸੀਂ ਵਾਪਸ ਉੱਥੇ ਹੀ ਆ ਕੇ ਉਹਨਾਂ ਨੂੰ ਵਸਣਾ ਪਿਆ। ਤੇ ਫਿਰ ਉਹਨਾਂ ਨੇ ਕਿਹਾ ਤੁਸੀਂ ਲੋਕ ਨਿਕਲ ਜਾਓ ਕਿਸ ਤਰ੍ਹਾਂ। ਤੁਸੀਂ ਆਪਣੀ ਪੜ੍ਹਾਈ ਦੇ ਬੇਸ ਤੇ ਗਏ? ਹਾਂਜੀ ਜੀ, ਸਟੂਡੈਂਟ ਵੀਜ਼ਾ ਲੈ ਕੇ।